ਇਕ ਮਨ ਪੁਰਖ ਧਿਆਏ ਬਰ ਦਾਤਾ। ਸੰਤ ਸਹਾਰ ਸਦਾ ਬਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵ। ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਦੂਜਾ। ਜਿਨੀ ਚੱਲਣ ਜਾਣਿਆ ਸੇ ਕਿਉ ਕਰਹਿ ਵਿਥਾਰ। ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਜਿਨੀ ਚੱਲਣ ਜਾਣਿਆ ਸੇ ਕਿਉ ਕਰਹਿ ਵਿਥਾਰ। ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਮਹੱਲਾ ਦੂਜਾ। ਰਾਤ ਕਾਰਣ ਧਨ ਸੰਚੀਆ ਭਲਕੇ ਚੱਲਣ ਹੋਏ। ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਮਹੱਲਾ ਦੂਜਾ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਸੇਤੀ ਖੁਸ਼ੀ ਸਵਾਰੀਆ ਨਾਨਕ ਕਾਰਜ ਸਾਰ। ਮਹੱਲਾ ਦੂਜਾ। ਮਨ ਹਠ ਤਰਫ ਨਾ ਜਿਪਈ ਜੇ ਬਹੁਤਾ ਘਾਲੇ। ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ। ਪੌੜੀ ਕਰਤਾ ਕਾਰਨ ਜਿਨ ਕੀਆ ਸੋ ਜਾਣੈ ਸੋਈ। ਆਪੇ ਸ੍ਰਿਸ਼ਟ ਉਪਾਈਅਨ ਆਪੇ ਪੁਨ ਗੋਈ। ਜੁਗ ਚਾਰੇ ਸਭ ਭਵ ਥਕੀ ਕਿਨ ਕੀਮਤ ਹੋਈ। ਸਤਿਗੁਰ ਏਕ ਵੇਖਾਲਿਆ ਮਨ ਤਨ ਸੁਖ ਹੋਈ। ਗੁਰਮੁਖ ਸਦਾ ਸਲਾਹੀਆ ਕਰਤਾ ਕਰੇ ਸੋ ਹੋਈ। ਸਤਿਗੁਰ ਏਕ ਵੇਖਾਲਿਆ ਮਨ ਤਨ ਸੁਖ ਹੋਈ। ਗੁਰਮੁਖ ਸਦਾ ਸਲਾਹੀਆ
ਕਰਤਾ ਕਰੇ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੋਗੇ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਅੰਮ੍ਰਿਤ ਵੇਲੇ ਤੋਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਤਖਤ ਸਾਹਿਬ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ ਵਿੱਚ ਨਿਤਨੇਮ ਬਾਣੀਆਂ ਦੇ ਪਾਠ, ਗੁਰਮੰਤਰ ਦੇ ਜਾਪ, ਆਸਾ ਦੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਅੰਮ੍ਰਿਤ ਵੇਲੇ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਜੀ ਨੇ ਜੋ ਪ੍ਰਕਾਸ਼ਮਾਨ ਹੋ ਕੇ ਇਲਾਹੀ ਫਰਮਾਨ ਸਮੁੱਚੀ ਮਾਨਵਤਾ ਦੇ ਭਲੇ ਲਈ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਹੀ ਮਤ ਬੁੱਧ ਬਖਸ਼ਿਸ਼ ਕਰਕੇ ਕਰਵਾ ਲੈਣ। ਅੱਜ ਦਾ ਜੋ ਇਲਾਹੀ ਫਰਮਾਨ ਹੈ, ਇਹ ਰਾਗ ਸੂਹੀ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਜੋ ਵਾਰ ਹੈ, ਉਸ ਵਿੱਚ 4 ਸ਼ਲੋਕ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਨ। ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਜੀ ਮਤ ਬੁੱਧ ਬਖਸ਼ਿਸ਼ ਕਰਕੇ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਕਰਵਾ ਲੈਣ। ਆਓ ਸਾਧ ਸੰਗਤ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਜੀ ਦੀ ਅਸੀਸ ਪ੍ਰਾਪਤ ਕਰਨ ਲਈ ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਪਹਿਲੇ ਸ਼ਲੋਕ ਵਿੱਚ ਸਾਹਿਬ ਜੀ ਕਿਰਪਾ ਕਰਦੇ ਨੇ, ਜਿਨ੍ਹਾਂ ਨੂੰ ਸੰਸਾਰ ਤੋਂ ਤੁਰ ਜਾਣ ਦਾ ਪਤਾ ਹੋਵੇ ਕਿ ਮੌਤ ਇੱਕ ਅਟੱਲ ਸਚਾਈ ਹੈ, ਉਹ ਜੀਵ ਸੰਸਾਰ ਦੇ ਅੰਦਰ ਇਤਨਾ ਵੱਡਾ ਖਲਾਰਾ ਨਹੀਂ ਖਿਲਾਰਦੇ ਕਿ ਜਿਸ ਨਾਲ ਉਹਨਾਂ ਨੂੰ ਜਾਣ ਲੱਗਿਆ ਦੁੱਖ ਹੋਵੇ, ਕਿਉਂਕਿ ਮਨੁੱਖ ਅਸਲ ਵਿੱਚ ਬਹੁਤਾ ਖਲਾਰਾ ਉਦੋਂ ਹੀ ਖਿਲਾਰਦਾ ਹੈ ਜਦੋਂ ਆਪਣੇ ਆਪ ਨੂੰ ਅਟੱਲ ਸਮਝ ਲੈਂਦਾ ਹੈ। ਉਦੋਂ ਫਿਰ ਮਨੁੱਖ ਅਸਲੀ ਜਿਹੜਾ ਕਾਰਜ ਹੈ ਉਹਨੂੰ ਛੱਡ ਕੇ ਜੋ ਮਨੁੱਖਾ ਜੀਵਨ ਦਾ ਅਸਲੀ ਮਨੋਰਥ ਹੈ, ਪ੍ਰਭੂ ਪਰਮਾਤਮਾ ਦੀ ਪ੍ਰਾਪਤੀ, ਉਸ ਨੂੰ ਛੱਡ ਕੇ ਉਹ ਸਾਰੇ ਦਾ ਸਾਰਾ ਆਪਣਾ ਜੀਵਨ ਧਨ ਦੌਲਤ ਪਦਾਰਥ ਵਾਲੇ ਬੰਨੇ ਲਾ ਕੇ ਉਸ ਨੂੰ ਆਪਣਾ ਮਨੋਰਥ ਬਣਾ ਲੈਂਦਾ ਹੈ। ਜਿਸ ਇਨਸਾਨ ਨੇ ਧਨ ਦੌਲਤ ਪਦਾਰਥ ਹੀ ਮਨੋਰਥ ਬਣਾ ਲਿਆ, ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਜਦੋਂ ਉਹ ਜੀਵ ਸੰਸਾਰ ਤੋਂ ਤੁਰਦਾ ਹੈ, ਉਸ ਵੇਲੇ ਫਿਰ ਉਹਦੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਆਉਂਦਾ ਹੈ ਕਿ ਇਤਨਾ ਮੈਂ ਖਲਾਰਾ ਖਿਲਾਰਿਆ, ਇੰਨਾ ਕੁਝ ਕੀਤਾ। ਇਹ ਸਾਰੇ ਦਾ ਸਾਰਾ ਜਦੋਂ ਛੱਡ ਕੇ ਜਾਣਾ ਪੈਂਦਾ ਹੈ, ਉਦੋਂ ਇਨਸਾਨ ਨੂੰ ਦੁੱਖ ਲੱਗਦਾ ਹੈ, ਪਰ ਉਸ ਵੇਲੇ ਉਹਦੇ ਵੱਸ ਵਿੱਚ ਕੁਝ ਵੀ ਨਹੀਂ ਹੁੰਦਾ।
ਨਾ ਤੇ ਉਹ ਸੰਸਾਰ ਦੇ ਉੱਤੇ ਰਹਿ ਸਕਦਾ ਹੈ, ਨਾ ਉਹਨੂੰ ਕੋਈ ਕਿਤੋਂ ਸਵਾਸ ਮਿਲ ਸਕਦੇ ਨੇ, ਨਾ ਉਹਨੂੰ ਕੋਈ ਜੀਵਨ ਕੁਝ ਪਲ ਘੜੀ ਵੀ ਨਹੀਂ ਮਿਲ ਸਕਦਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਜਿਹਨੂੰ ਇਹ ਪਤਾ ਹੋਵੇ ਨਾ ਕਿ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਏ, ਜਿਹਨੂੰ ਇਹ ਪਤਾ ਹੋਵੇ ਕਿ ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਨ ਕੇਰੇ ਪਤ ਜਿਉ ਢਲ ਢੁਲ ਜੁਮਣ ਹਾਰ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾਉ ਹੁਲਾ, ਦਿਨ ਥੋਰੜੇ ਥਕੇ ਭਇਆ ਪੁਰਾਣਾ ਚੋਲਾ। ਜਿਹਨੂੰ ਇਹ ਪਤਾ ਹੋਵੇ ਕਿ ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆਂ ਆਗੇ ਮਿਲਣ ਕਿਨਾ। ਜਿਨ੍ਹਾਂ ਨੂੰ ਇਹ ਪਤਾ ਹੋਵੇ ਕਿ ਫਰੀਦਾ ਮੌਤੇ ਦਾ ਬੰਨਾ ਇਵੇਂ ਦਿਸੈ ਜਿਉਂ ਦਰਿਆਵਾ, ਢਾਹ ਇਹ ਤਾਂ ਜਿਵੇਂ ਦਰਿਆ ਦਾ ਕੰਢਾ ਹੈ, ਇਹ ਤਰ੍ਹਾਂ ਆਪਣਾ ਜੀਵਨ ਹੈ। ਜਿਨ੍ਹਾਂ ਨੂੰ ਇਹ ਪਤਾ ਚੱਲ ਜਾਂਦਾ ਹੈ ਕਿ ਕੰਧੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ, ਫਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਈ ਨੀਰ। ਜਿਵੇਂ ਦਰਿਆ ਦੇ ਕੰਢੇ ਤੇ ਲੱਗਾ ਹੋਇਆ ਰੁੱਖ ਹੈ ਤੇ ਕੱਚੇ ਘੜੇ ਵਿੱਚ ਜਿਵੇਂ ਪਾਣੀ ਨਹੀਂ ਠਹਿਰ ਸਕਦਾ, ਇਸ ਤਰ੍ਹਾਂ ਹੀ ਸਾਡਾ ਜੀਵਨ ਹੈ। ਭਾਵ ਕਿ ਇਹਦੀ ਕੋਈ ਬਹੁਤ ਲੰਮੀ ਬੁਨਿਆਦ ਨਹੀਂ ਹੈ, ਬੜਾ ਥੋੜੇ ਸਮੇਂ ਵਾਸਤੇ ਜੀਵ ਆਇਆ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੱਕ ਕਿਰਪਾ ਕਰਦੇ ਨੇ। ਸਾਹਿਬ ਕਹਿੰਦੇ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਇੱਕ ਦਮ ਆਉਂਦਾ ਹੈ, ਭਾਵ ਤਾਂ ਹੀ ਆਦਮੀ ਦਾ ਸ਼ਬਦ ਹੀ ਇੱਥੋਂ ਬਣਿਆ ਹੈ, ਦਮ ਆਉਣਾ, ਸਵਾਸ ਆਉਣੇ। ਸਵਾਸ ਆਇਆ ਹੈ, ਜੀਵਨ ਹੈ, ਸਵਾਸ ਚਲਿਆ ਗਿਆ ਤੇ ਉਸੇ ਵੇਲੇ ਇਹ ਮਿੱਟੀ ਦੀ ਢੇਰੀ ਸਰੀਰ ਹੋ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਜੀਵ ਨੂੰ ਸਮਝਾ ਰਹੇ ਨੇ ਕਿ ਭਾਈ ਜਦੋਂ ਸੰਸਾਰ ਤੋਂ ਤੁਰ ਜਾਣਾ ਹੈ, ਰਹਿਣਾ ਹੀ ਨਹੀਂ ਸੰਸਾਰ ਦੇ ਉੱਤੇ, ਫਿਰ ਇਤਨੇ ਖਿਲਾਰੇ ਖਿਲਾਰ ਕੇ ਕੀ ਲਾਭ ਪ੍ਰਾਪਤ ਹੁੰਦਾ ਹੈ, ਕੀ ਮਿਲਦਾ ਹੈ। ਇੱਥੇ ਕਾਰੂ ਬਾਦਸ਼ਾਹ ਵਰਗੇ ਆਏ ਜਿਨ੍ਹਾਂ ਨੇ 40 ਗੰਜ ਜੋੜੇ ਪਰ ਸੰਸਾਰ ਤੋਂ ਤੁਰ ਗਏ ਖਾਲੀ ਹੱਥ। ਇੱਥੇ ਸਿਕੰਦਰ ਵਰਗੇ ਆਏ ਤੇ ਤੁਰ ਗਏ ਖਾਲੀ ਹੱਥ। ਇੱਥੇ ਉਹ ਵੀ ਆਏ ਕਿ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਇੱਥੇ ਉਹ ਵੀ ਆਏ ਕਿ 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ। ਸੰਸਾਰ ਤਾਂ ਸੰਸਾਰ ਸੁਪਨੇ ਦੀ ਤਰ੍ਹਾਂ ਹੈ, ਪਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਇਹ ਵੀ ਨਾਲ ਕਹਿੰਦੇ ਨੇ ਕਿ ਇਹ ਸੰਸਾਰ ਸੁਪਨੇ ਦੀ ਤਰ੍ਹਾਂ ਜਾਣਦਿਆਂ ਹੋਇਆਂ ਇਹ ਨਹੀਂ ਕਿ ਇਨਸਾਨ ਜਗਤ ਵਿੱਚ ਕੁਝ ਕਰੇ ਹੀ ਨਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਇੱਕ ਗੱਲ ਯਾਦ ਰੱਖਣੀ, ਗੁਰੂ ਜੀ ਦੇ ਚਰਨਾਂ ਨਾਲ ਜੁੜਦਿਆਂ ਹੋਇਆਂ ਮਨੁੱਖ ਆਪਣਾ ਮਨੋਰਥ ਜਿਹੜਾ ਹੈ ਉਹ ਧਨ ਦੌਲਤ ਮਹਿਲ ਮਾੜੀਆਂ ਪਦਾਰਥ ਨਾ ਬਣਾਵੇ। ਮਨੋਰਥ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੈ ਤੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਕਿਵੇਂ ਚੱਲਣਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਬਚਨ ਨੇ। ਸਾਹਿਬ ਜੀ ਕਹਿੰਦੇ ਨੇ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਜਿਹੜਾ ਜੀਵ ਆਪਣੇ ਗੁਰੂ ਨਾਲ ਮਿਲ ਕੇ ਰਹਿੰਦਾ ਹੈ, ਜਿਹਨੂੰ ਆਪਣੇ ਗੁਰੂ ਦਾ ਮਿਲਾਪ ਰਹਿੰਦਾ ਹੈ, ਜਿਹੜਾ ਆਪਣੇ ਗੁਰੂ ਦੇ ਹੁਕਮ ਆਗਿਆ ਅਨੁਸਾਰ ਚੱਲਦਾ ਹੈ, ਤੇ ਸਤਿਗੁਰੂ ਕਹਿੰਦੇ ਨੇ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ। ਹਸੰਦਿਆਂ ਖੈਲੰਦਿਆਂ ਪੈਨੰਦਿਆਂ, ਖਾਵੰਦਿਆਂ ਵਿੱਚੈ ਹੋਵੇ ਮੁਕਤ। ਜਿਹੜਾ ਜੀਵ ਆਪਣੇ ਗੁਰੂ ਪਰਮੇਸ਼ਰ ਦੇ ਨਾਲ ਜੁੜਿਆ ਰਹਿੰਦਾ, ਨਾਮ ਬਾਣੀ ਨਾਲ ਸਤਸੰਗਤ ਨਾਲ ਜੁੜਿਆ ਰਹਿੰਦਾ ਹੈ, ਸਤਿਗੁਰੂ ਮਹਾਰਾਜ ਜੀ ਕਹਿੰਦੇ, ਉਹ ਖਾਂਦਿਆਂ ਪੀਂਦਿਆਂ ਪਹਿਨਦਿਆਂ ਹੱਸਦਿਆਂ ਖੇਡਦਿਆਂ ਆਪਣੀ ਜ਼ਿੰਦਗੀ ਸੋਹਣੀ ਬਤੀਤ ਕਰਕੇ ਜਾਂਦਾ ਹੈ। ਉਹ ਭਾਵੇਂ ਜਗਤ ਸੰਸਾਰ ਦੇ ਅੰਦਰ ਕਿਤਨਾ ਵੀ ਖਿਲਾਰਾ ਕਿਉਂ ਨਾ ਖਿਲਾਰ ਲਵੇ, ਪਰ ਜਿਹਨੂੰ ਗੁਰੂ ਯਾਦ ਹੈ, ਮੌਤ ਯਾਦ ਹੈ, ਜਿਹੜਾ ਪਰਮੇਸ਼ਰ ਨਾਲ ਜੁੜਿਆ ਹੈ, ਸਤਿਗੁਰੂ ਮਹਾਰਾਜ ਜੀ ਕਹਿੰਦੇ ਫਿਰ ਤੁਰਨ ਲੱਗਿਆਂ ਕੋਈ ਉਹਨੂੰ ਦੁੱਖ ਨਹੀਂ ਹੁੰਦਾ। ਉਹ ਫਿਰ ਸੰਸਾਰ ਦੇ ਅੰਦਰ ਇਸ ਤਰ੍ਹਾਂ ਹੀ ਛੱਡ ਕੇ ਤੁਰ ਜਾਂਦਾ, ਜਿਵੇਂ ਅਸੀਂ ਆਪਣੇ ਤਨ ਦਾ ਇੱਕ ਚੋਲਾ ਲਾ ਕੇ ਦੂਜਾ ਪਾ ਲੈਂਦੇ ਹਾਂ, ਇਸ ਤਰ੍ਹਾਂ ਫਿਰ ਆਤਮਾ ਸਰੀਰ ਰੂਪੀ ਚੋਲੇ ਨੂੰ ਬਦਲ ਲੈਂਦੀ ਹੈ। ਇਹ ਫਿਰ ਜਿਨ੍ਹਾਂ ਨੂੰ ਗਿਆਨ ਹੋਵੇ ਉਹ ਸਮਾਜ ਸੰਸਾਰ ਦੇ ਅੰਦਰ ਪਕੜ ਨਹੀਂ ਬਣਾ ਕੇ ਰੱਖਦੇ। ਉਹਨਾਂ ਨੂੰ ਇਹ ਪਤਾ ਹੁੰਦਾ ਵੀ ਜੇ ਤੁਰ ਜਾਣਾ ਹੈ ਤੇ ਕਿਸੇ ਚੀਜ਼ ਦੀ ਪਕੜ ਨੂੰ ਆਪਣੇ ਮਨ ਵਿੱਚ ਨਹੀਂ ਬਣਾਉਣਾ। ਸਤਿਗੁਰੂ ਕਹਿੰਦੇ, ਪਕੜ ਹੀ ਬੰਦੇ ਨੂੰ ਅਸਲ ਵਿੱਚ ਦੁਖੀ ਕਰਦੀ ਹੈ, ਕਿਉਂਕਿ ਜਦੋਂ ਪਕੜ ਬਣੀ ਹੁੰਦੀ ਹੈ ਫਿਰ ਇਨਸਾਨ ਨੂੰ ਜਦੋਂ ਛੱਡਣਾ ਪੈਂਦਾ ਉਹ ਕੁਝ ਫਿਰ ਇਨਸਾਨ ਦੁਖੀ ਹੁੰਦਾ ਹੈ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ
ਕਿਰਪਾ ਕਰਕੇ ਸਮਝਾ ਰਹੇ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਰਾਹੀਂ। ਸਾਹਿਬ ਕਹਿੰਦੇ ਜਿਨਨੀ ਚੱਲਣ ਜਾਣਿਆ, ਜਿਨ੍ਹਾਂ ਨੂੰ ਇਸ ਗਿਆਨ ਆ ਗਿਆ, ਸੋਝੀ ਆ ਗਈ, ਸਮਝ ਆ ਗਈ, ਪਤਾ ਚੱਲ ਗਿਆ, ਜਿਹਨਾਂ ਨੂੰ ਵੀ ਇੱਥੋਂ ਸੰਸਾਰ ਤੋਂ ਤੁਰ ਜਾਣਾ, ਚਲੇ ਜਾਣਾ ਹੈ। ਸੇ ਕਿਉਂ ਕਰਹਿ ਵਿਥਾਰ, ਵਿਥਾਰ ਦਾ ਮਤਲਬ ਵਿਸਥਾਰ, ਖਲਾਰਾ ਖਲਾਰਨਾ। ਉਹ ਫਿਰ ਇੰਨਾ ਜ਼ਿਆਦਾ ਖਲਾਰਾ ਨਹੀਂ ਖਿਲਾਰਦੇ, ਭਾਵ ਕਿ ਮਨ ਦੇ ਅੰਦਰ ਪਦਾਰਥਾਂ ਦੀ ਪਕੜ ਨਹੀਂ ਬਣਾਉਂਦੇ। ਸਾਹਿਬ ਕਹਿੰਦੇ ਚੱਲਣ ਸਾਰ ਨਾ ਜਾਣਨੀ, ਜਿਨ੍ਹਾਂ ਨੂੰ ਸੰਸਾਰ ਤੋਂ ਤੁਰ ਜਾਣ ਦੀ ਸਾਰ ਨਹੀਂ ਹੈ, ਕਦਰ ਨਹੀਂ ਹੈ, ਪਤਾ ਨਹੀਂ ਹੈ। ਸਾਹਿਬ ਜੀ ਕਹਿੰਦੇ ਕਾਜ ਸਵਾਰਨ ਹਾਰ, ਫਿਰ ਸਾਰੀ ਜ਼ਿੰਦਗੀ ਆਪਣੇ ਇਹਨਾਂ ਧੰਦਿਆਂ ਦੇ ਵਿੱਚ ਹੀ ਖਚਤ ਕਰਕੇ ਤੁਰ ਜਾਂਦੇ ਨੇ ਜਗਤ ਸੰਸਾਰ ਤੋਂ। ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਆ, ਭਲਕੇ ਚੱਲਣ ਹੋਏ। ਰਾਤ ਕਾਰਨ ਦਾ ਮਤਲਬ ਹੈ ਬਹੁਤ ਥੋੜਾ ਸਮਾਂ। ਏਕ ਰੈਣ ਕੇ ਪਹੁਣ ਤੁਮ ਆਏ, ਬਹੁ ਜੁਗ ਆਸ ਬੰਧਾਏ। ਸਾਹਿਬ ਜੀ ਕਹਿੰਦੇ ਨੇ ਇਹ ਇਨਸਾਨ ਤੂੰ ਆਇਆ ਤੇ ਬੜੇ ਥੋੜੇ ਸਮੇਂ ਵਾਸਤੇ ਹੈ। ਤੇ ਸਾਹਿਬ ਜੀ ਕਹਿੰਦੇ ਨੇ ਰਾਤ ਕਾਰਨ ਭਾਵ ਕਿ ਥੋੜੇ ਸਮੇਂ ਵਾਸਤੇ ਧਨ ਸੰਚੀਐ, ਧਨ ਨੂੰ ਇਕੱਤਰ ਕਰਨਾ, ਇਕੱਠਾ ਕਰਨਾ। ਕਈ ਤਰੀਕਿਆਂ ਦੇ ਨਾਲ ਬੰਦਾ ਠੱਗੀਆਂ, ਬੇਈਮਾਨੀਆਂ ਕਰ ਕਰਕੇ ਇਹ ਧਨ ਇਕੱਠਾ ਕਰਦਾ ਹੈ। ਜਿਹੜੇ ਲੋਕ ਪੰਜਾਬ ਦੇ ਵਿੱਚ ਘਰ ਘਰ ਲੋਕਾਂ ਦੇ ਸਮੈਕ ਪਚਾ ਕੇ ਨੌਜਵਾਨੀ ਨੂੰ ਬਰਬਾਦ ਕਰਕੇ ਧਨ ਇਕੱਠਾ ਕਰਦੇ ਪਏ ਨੇ, ਦੱਸੋ ਕਿੱਥੇ ਸੁੱਖ ਉਹਨਾਂ ਲੋਕਾਂ ਨੂੰ ਮਿਲੇਗਾ? ਨਾ ਇੱਥੇ ਢੋਈ ਨਾ ਅੱਗੇ ਢੋਈ। ਕਾਹਦੇ ਵਾਸਤੇ ਇਹ ਕੁਝ ਕਰਦਾ ਬੰਦਾ? ਦੂਜਿਆਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰਕੇ ਧਨ ਇਕੱਠਾ ਕਰਨਾ, ਦੱਸੋ ਕਦੀ ਸੁੱਖ ਦੇ ਸਕਦਾ ਉਹ ਧਨ ਜਿਹੜਾ ਦੂਜਿਆਂ ਦੀਆਂ ਜ਼ਿੰਦਗੀਆਂ ਬਰਬਾਦ ਕਰਕੇ ਪਰਿਵਾਰਾਂ ਦੇ ਪਰਿਵਾਰ ਖਤਮ ਕਰ ਦਿੱਤੇ ਗਏ। ਜਦੋਂ ਜਿਨ੍ਹਾਂ ਦੇ ਮਾਂ-ਬਾਪ ਦੇ ਨੌਜਵਾਨ ਹੋਣਹਾਰ ਬੱਚੇ ਇਸ ਨਸ਼ੇ ਦੇ ਦਰਿਆ ਦੇ ਵਿੱਚ ਰੁੜ ਗਏ ਨੇ ਕਿ ਉਹਨਾਂ ਦੀਆਂ ਕਿੰਨੀਆਂ ਕੁ ਉਹਨਾਂ ਲੋਕਾਂ ਨੂੰ ਅਸੀਸਾਂ ਲੱਗਣਗੀਆਂ, ਉਹਨਾਂ ਦੀਆਂ ਵੱਧ ਅਸੀਸਾਂ ਹੀ ਨਿਕਲਦੀਆਂ ਨੇ ਵੀ ਇਹਨਾਂ ਲੋਕਾਂ ਨੇ ਸਿਰਫ ਤੇ ਸਿਰਫ ਧਨ ਨੂੰ ਮੁੱਖ ਰੱਖ ਕੇ ਹੀ ਸਾਰਾ ਕੁਝ ਕਰਦਾ ਨਾ ਬੰਦਾ, ਹੋਰ ਤਾਂ ਕੋਈ ਕਾਰਨ ਨਹੀਂ। ਸਿਰਫ ਪੈਸੇ ਕਰਕੇ ਹੀ ਦੂਜਿਆਂ ਦੀਆਂ ਜਵਾਨੀਆਂ ਬਰਬਾਦ ਕੀਤੀਆਂ ਜਾ ਰਹੀਆਂ ਨੇ ਵੀ ਇਹਦੇ ਨਾਲ ਛੇਤੀ ਤੋਂ ਛੇਤੀ ਬੰਦਾ ਅਮੀਰ ਹੋ ਜਾਏ। ਮੈਂ ਆਪਣੀਆਂ ਨਿਗਾਹ ਦੇ ਨਾਲ ਉਹ ਬੰਦੇ ਵੇਖੇ ਨੇ ਜਿਨ੍ਹਾਂ ਨੇ ਦੂਜਿਆਂ ਦੇ ਘਰ ਬਰਬਾਦ ਕੀਤੇ ਤੇ ਖੁਦ ਉਹਨਾਂ ਦੇ ਘਰ ਬਰਬਾਦ ਹੁੰਦੇ ਮੈਂ ਆਪਣੀਆਂ ਅੱਖਾਂ ਨਾਲ ਤੱਕੇ ਨੇ, ਕਿਉਂਕਿ ਮੈਂ ਉਸ ਇਲਾਕੇ ਵਿੱਚ ਰਿਹਾ, ਉਸ ਏਰੀਏ ਵਿੱਚ ਰਿਹਾ ਬੜਾ ਲੰਮਾ ਸਮਾਂ, ਬਿਲਕੁਲ ਬਾਰਡਰ ਦੇ ਏਰੀਏ ਤੇ, ਜਿੱਥੋਂ ਇਹ ਸਾਰਾ ਕੁਝ ਸਪਲਾਈ ਹੁੰਦੀ ਹੈ, ਜਿੱਥੋਂ ਸਾਰਾ ਕੁਝ ਚੱਲਦਾ ਹੈ। ਪਰ ਜਿਹੜੇ ਦੂਜਿਆਂ ਦੇ ਘਰ ਬਰਬਾਦ ਕਰਨ ਵਾਲੇ ਸੀ ਖੁਦ ਬਰਬਾਦ ਹੋ ਗਏ। ਕੁਝ ਨਹੀਂ ਰਿਹਾ, ਨਾ ਕੋਈ ਜ਼ਮੀਨਾਂ ਰਹੀਆਂ, ਨਾ ਘਰ ਰਿਹਾ, ਨਾ ਉਹ ਖੁਦ ਆਪ ਰਹੇ, ਅੱਗੋਂ ਉਹਨਾਂ ਦੀ ਔਲਾਦ, ਉਹਦਾ ਵੀ ਹਾਲ ਇੰਨਾ ਮਾੜਾ ਹੈ। ਉਹ ਟਕਾ ਟਕਾ ਪੈਸਾ ਲੋਕਾਂ ਤੋਂ ਮੰਗਦੇ ਫਿਰਦੇ ਨੇ, ਕਿਉਂਕਿ ਜਦੋਂ ਅਸੀਂ ਕਿਸੇ ਵਾਸਤੇ ਖੂਹ ਪੁੱਟਾਂਗੇ ਤੇ ਆਪਣੇ ਆਪ ਖੂਹ ਪੁੱਟਿਆ ਹੀ ਮਿਲ ਜਾਂਦਾ, ਪੁੱਟਣ ਦੀ ਲੋੜ ਨਹੀਂ ਪੈਂਦੀ। ਜਿਹੜੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਨੇ, ਇਹ ਅੱਜ ਤਾਂ ਲੱਗਦਾ ਹੈ ਕਿ ਸ਼ਾਇਦ ਉਹਨਾਂ ਦੇ ਘਰ ਚੰਗੇ ਬਣ ਗਏ, ਮਹਿਲ ਮਾੜੀਆਂ ਚੰਗੀਆਂ ਬਣ ਗਈਆਂ, ਜ਼ਮੀਨਾਂ ਜਾਇਦਾਦਾਂ ਬਣ ਗਈਆਂ ਉਹਨਾਂ ਦੀਆਂ, ਪਰ ਇਹ ਜਾਣ ਲੱਗਿਆਂ ਬਹੁਤਾ ਸਮਾਂ ਨਹੀਂ ਲੱਗਣਾ ਕਿ ਛਿਨ ਵਿੱਚ ਹੀ ਸਾਰਾ ਕੁਝ ਤੈਸ਼ ਨੈਸ਼ ਪਰਮਾਤਮਾ ਕਰ ਦਿੰਦਾ ਹੈ। ਕਿਉਂਕਿ ਕਿਸੇ ਨੂੰ ਬਰਬਾਦ ਕਰਕੇ ਧਨ ਇਕੱਠਾ ਕਰਨਾ, ਪਦਾਰਥ ਇਕੱਠੇ ਕਰਨੇ, ਉਹਦੇ ਵਿੱਚ ਖੁਦ ਬੰਦੇ ਦੀ ਆਪਣੀ ਬਰਬਾਦੀ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਇਨਸਾਨ ਥੋੜੇ ਸਮੇਂ ਵਾਸਤੇ ਆਇਆ ਤੇ ਦੱਸ ਇੰਨੇ ਕੁ ਥੋੜੇ ਸਮੇਂ ਵਾਸਤੇ ਤੂੰ ਜੋ ਕੁਝ ਕਰਦਾ ਪਿਆ, ਠੱਗੀਆਂ ਮਾਰ ਮਾਰ ਕੇ, ਚੋਰੀਆਂ ਕਰ ਕਰਕੇ, ਫਰੇਬ ਕਰ ਕਰਕੇ, ਸਤਿਗੁਰੂ ਮਹਾਰਾਜ ਕਹਿੰਦੇ ਇਸ ਨੂੰ ਇਕੱਠਾ ਕਰਦਾ ਪਿਆ, ਧਨ ਨੂੰ ਭਰ ਕੇ ਚੱਲਣ ਹੋਏ, ਤੁਰ ਜਾਣਾ ਸੰਸਾਰ ਤੋਂ। ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਨਾਨਕ ਨਾਲ ਨਾ ਚੱਲਈ, ਫਿਰ ਪਛਤਾਵਾ ਹੋਏ। ਸਾਹਿਬ ਜੀ ਕਹਿੰਦੇ ਨੇ ਦੱਸੋ ਇਹਨਾਂ ਦੇ ਵਿੱਚੋਂ ਨਾਲ ਜਾ ਸਕਦਾ ਹੈ ਧਨ? ਅੱਜ ਤੱਕ ਕਿਸੇ ਦੇ ਨਾਲ ਖੜਿਆ ਹੋਵੇ? ਸਾਹਿਬ ਜੀ ਕਹਿੰਦੇ ਨੇ ਨਾ ਕੋਈ ਲੈ ਕੇ ਗਿਆ ਹੈ, ਨਾ ਕੋਈ ਲੈ ਕੇ ਜਾ ਸਕਦਾ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨਾਨਕ ਨਾਲ ਨਾ ਚੱਲਈ। ਇਹ ਜਿਹੜਾ ਬੇਈਮਾਨੀਆਂ, ਠੱਗੀਆਂ ਤੇ ਸਮੈਕਾਂ ਵੇਚ ਕੇ ਧਨ ਇਕੱਤਰ ਕੀਤਾ, ਜ਼ਮੀਨਾਂ ਜਾਇਦਾਦਾਂ ਬਣਾਈਆਂ ਜਿਹੜੀਆਂ ਨੇ, ਨਾਲ ਨਹੀਂ ਜਾਣੀਆਂ, ਸਭ ਇੱਥੇ ਛੱਡ ਕੇ ਤੁਰ ਜਾਣਾ ਇਨਸਾਨ ਨੇ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਫਿਰ ਪਛਤਾਵਾ ਹੋਏ, ਫਿਰ ਤਾਂ ਪੱਲੇ ਪਛਤਾਵਾ ਹੀ ਬੰਦੇ ਦੇ ਪਏਗਾ। ਤੇ ਸਾਹਿਬ ਜੀ ਕਿਰਪਾ ਕਰਦੇ ਨੇ। ਮਹੱਲਾ ਦੂਜਾ
ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਫਿਰ ਇਹੋ ਜਿਹਾ ਇਨਸਾਨ ਜਿਹੜਾ ਇੰਨਾ ਕੁਝ ਕਰਦਾ ਪਿਆ ਹੈ, ਉਹ ਇਨਸਾਨ ਫਿਰ ਜੇ ਕਿਤੇ ਧਾਰਮਿਕ ਕੰਮ ਕੋਈ ਕਰਦਾ ਵੀ ਹੈ ਤੇ ਬੱਧਾ ਚੱਟੀ, ਬੱਧੋ ਰੁੱਦੀ ਜਿਹਾ ਕਰਨਾ। ਸਤਿਗੁਰੂ ਮਹਾਰਾਜ ਕਹਿੰਦੇ ਬੱਧਾ ਚੱਟੀ ਦਾ ਭਾਵ ਹੁੰਦਾ ਜਿਹਦੇ 'ਚ ਮਨ ਨਾ ਲੱਗਾ ਹੋਵੇ, ਮਨ ਉਸ ਕੰਮ ਨੂੰ ਨਾ ਕਰਦਾ ਹੋਵੇ, ਸਿਰਫ ਵੇਖਾ ਵਿਖਾਵੀ ਲੋਕ ਵਿਖਾਵੇ ਵਾਸਤੇ ਕਰੇ। ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਉਹਦੇ 'ਚ ਨਾ ਗੁਣ ਨਾ ਉਪਕਾਰ, ਨਾ ਆਪਣਾ ਭਲਾ ਨਾ ਕਿਸੇ ਹੋਰ ਦਾ ਭਲਾ। ਜਿਹੜਾ ਬੱਧਾ ਚੱਟੀ ਕੰਮ ਕਰਨਾ ਹੈ ਉਹਦੇ ਵਿੱਚ ਆਪਣੇ ਆਪ ਨੂੰ ਵੀ ਲਾਭ ਕੋਈ ਨਹੀਂ ਤੇ ਦੂਜੇ ਨੂੰ ਵੀ ਲਾਭ ਕੋਈ ਨਹੀਂ ਹੈ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਜਿਸ ਕੰਮ ਵਿੱਚ ਭਾਵ ਕਿ ਧਰਮ ਦੇ ਕੰਮ ਵਾਸਤੇ ਬੰਦੇ ਦਾ ਮਨ ਨਾ ਕਰਦਾ ਹੋਵੇ ਤੇ ਕੇਵਲ ਲੋਕ ਵਿਖਾਵੇ ਵਾਸਤੇ ਕਰੇ, ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨਾ ਆਪਣਾ ਭਲਾ ਨਾ ਕਿਸੇ ਹੋਰ ਦਾ ਭਲਾ ਹੋ ਸਕਦਾ ਹੈ। ਸੇਤੀ ਖੁਸ਼ੀ ਸਵਾਰੀ ਹੈ, ਨਾਨਕ ਕਾਰਜ ਸਾਰ। ਸੇਤੀ ਦਾ ਅਰਥ ਹੁੰਦਾ ਨਾਲ। ਸਾਹਿਬ ਕਹਿੰਦੇ ਖੁਸ਼ੀ ਨਾਲ, ਚਾਅ ਨਾਲ ਕੰਮ ਕੀਤਾ ਜਾਏ ਜਿਹੜਾ, ਉਹ ਚਾਅ ਨਾਲ ਖੁਸ਼ੀ ਨਾਲ ਕੀਤਾ ਹੋਇਆ ਕੰਮ ਹੀ ਜਿਹੜਾ ਹੈ ਨਾ, ਉਹੀ ਅਸਲ ਵਿੱਚ ਕਾਰਜ ਸਫਲ ਹੁੰਦਾ ਹੈ। ਭਾਵ ਇਹਦਾ ਇਹ ਬਣਦਾ ਕਿ ਜਿਹੜਾ ਇਨਸਾਨ ਖੁਸ਼ੀ ਨਾਲ ਚਾਅ ਨਾਲ ਕੰਮ ਕਰੇ ਉਹਨੂੰ ਸਫਲਤਾ ਮਿਲਦੀ ਹੈ, ਉਹਦੇ ਵਿੱਚ ਉਹਦਾ ਆਪਣਾ ਭਲਾ ਵੀ ਹੈ, ਦੂਜਿਆਂ ਦਾ ਵੀ ਭਲਾ ਹੁੰਦਾ ਹੈ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਚਾਅ ਨਾਲ ਕੀਤਾ ਕੰਮ ਹੀ ਜਿਹੜਾ ਹੈ ਉਹ ਪ੍ਰਵਾਨ ਹੁੰਦਾ ਪ੍ਰਭੂ ਪਰਮਾਤਮਾ ਦੇ ਦਰ ਦੇ ਉੱਤੇ। ਮਹੱਲਾ ਦੂਜਾ। ਮਨ ਹਠ ਤਰਫ ਨ ਜਿਪਾਈ, ਜੇ ਬਹੁਤਾ ਘਾਲੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਮਨ ਦੇ ਹੱਠ ਦੇ ਨਾਲ ਇਹ ਜਿਹੜਾ ਮਨ ਹੈ ਨਹੀਂ ਜਿੱਤਿਆ ਜਾ ਸਕਦਾ। ਮਨ ਹੱਠ ਤੋਂ ਭਾਵ ਕੀ ਹੈ ਕਿ ਜਿਹੜਾ ਗੁਰਮਤਿ ਵਿੱਚ ਹੱਠ ਹੈ ਨਾ ਕਿ ਸਿੱਖੀ ਨਹੀਂ ਤਿਆਗਣੀ, ਉਹਦੇ ਵਾਸਤੇ ਭਾਵੇਂ ਉਹਨੂੰ ਬੰਦ ਕਟਾਉਣਾ ਪਵੇ, ਖੋਪਰ ਲਹਾਉਣਾ ਪਵੇ, ਉਬਲਦੀ ਦੇਗ 'ਚ ਬਹਿਣਾ ਪਵੇ, ਉਹ ਹੱਠ ਪ੍ਰਵਾਨ ਹੈ ਜਿਹਦੇ ਵਿੱਚ ਸਿਧਾਂਤ ਨਹੀਂ ਛੱਡਣਾ, ਸਿੱਖੀ ਨਹੀਂ ਛੱਡਣੀ। ਇੱਕ ਹੱਠ ਉਹ ਹੈ ਜਿਹੜਾ ਰੱਬ ਦੀ ਪ੍ਰਾਪਤੀ ਵਾਸਤੇ ਬੰਦਾ ਆਪਣੇ ਤਨ ਨੂੰ ਦੁਖੀ ਕਰਦਾ ਹੈ, ਧੂਣੀਆਂ ਤਪਾ ਲੈਣੀਆਂ ਜਾਂ ਬਰਫ਼ ਵਿੱਚ ਆਪਣੇ ਸਰੀਰ ਨੂੰ ਰੱਖਣਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹ ਜਿਹੜਾ ਹੱਠ ਕਰਨਾ ਹੈ ਨਾ ਸਰੀਰ ਦਾ ਰੱਬ ਨੂੰ ਪ੍ਰਾਪਤੀ ਵਾਸਤੇ, ਸਾਹਿਬ ਜੀ ਕਹਿੰਦੇ ਇਹੋ ਜਿਹਾ ਕੋਈ ਜਿੰਨੀ ਮਰਜ਼ੀ ਕਰੜੀ ਸਖਤ ਮਿਹਨਤ ਕਰੇ ਇਹ ਪ੍ਰਭੂ ਦੇ ਦਰ ਤੇ ਪ੍ਰਵਾਨ ਨਹੀਂ, ਕਿਉਂਕਿ ਸਰੀਰ ਨੂੰ ਕਸ਼ਟ ਦੇਣਾ ਰੱਬ ਇਸ ਨੂੰ ਪ੍ਰਵਾਨ ਨਹੀਂ ਕਰਦਾ। ਸਾਹਿਬ ਜੀ ਕਿਰਪਾ ਕਰਦੇ। ਤਰਫ ਜਿਣੈ ਸਤ ਭਾਉ ਦੇ, ਜਨ ਨਾਨਕ ਸ਼ਬਦ ਵਿਚਾਰੇ। ਹਾਂ ਸਤਿਗੁਰੂ ਮਹਾਰਾਜ ਕਹਿੰਦੇ ਜਿੱਤਿਆ ਜਾ ਸਕਦਾ ਮਨ ਨੂੰ, ਪਰ ਕਿਵੇਂ? ਸਤ ਭਾਉ ਦੇ, ਸਤ ਭਾਵਨਾ ਨਾਲ, ਪਿਆਰ ਨਾਲ, ਪ੍ਰੇਮ ਨਾਲ, ਭਾਵਨਾ ਦੇ ਨਾਲ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਇਸ ਮਨ ਨੂੰ ਕੋਈ ਜਿੱਤ ਸਕਦਾ ਹੈ, ਪਰ ਇਹਦੇ ਉੱਤੇ ਜੇ ਕੋਈ ਆਖੇ ਮੈਂ ਇਸ ਮਨ ਨੂੰ ਸਖਤੀ ਦੇ ਨਾਲ ਜਾਂ ਇਸ ਦੇ ਸਰੀਰ ਨੂੰ ਕਸ਼ਟ ਦੇਣ ਦੇ ਨਾਲ, ਸਤਿਗੁਰੂ ਕਹਿੰਦੇ ਇਹਨੂੰ ਕਸ਼ਟ ਦੇਣ ਨਾਲ ਨਹੀਂ, ਇਹ ਤਾਂ ਪ੍ਰੇਮ ਭਾਵਨਾ ਦੇ ਨਾਲ ਮਨ ਨੂੰ ਜਿੱਤਿਆ ਜਾ ਸਕਦਾ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਸ਼ਬਦ ਵਿਚਾਰੇ, ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਆਪਣੇ ਜੀਵਨ ਦਾ ਆਧਾਰ ਬਣਾਵੇ, ਗੁਰੂ ਦੇ ਬਚਨਾਂ ਅਨੁਸਾਰ ਚੱਲੇ ਤਾਂ ਇਸ ਮਨ ਨੂੰ ਜਿੱਤਿਆ ਜਾ ਸਕਦਾ। ਸਾਹਿਬ ਕਿਰਪਾ ਕਰਦੇ ਨੇ। ਪੌੜੀ। ਕਰਤੈ ਕਾਰਨ ਜਿਨ ਕੀਆ, ਸੋ ਜਾਣੈ ਸੋਈ। ਜਿਸ ਕਰਤੇ ਨੇ ਸਾਰਾ ਕੁਝ ਰਚਨਾ ਰਚੀ ਹੈ, ਸੰਸਾਰ ਬਣਾਇਆ ਹੈ, ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਕਰਤਾ ਹੀ ਜਾਣਦਾ ਹੈ ਤੇ ਸਭ ਜੀਵਾਂ ਦੀ ਸੰਭਾਲ ਵੀ ਉਹ ਕਰ ਰਿਹਾ ਹੈ। ਤੇ ਇਸ ਜਗਤ ਸੰਸਾਰ ਦੇ ਬਾਰੇ ਪ੍ਰਭੂ ਪਰਮਾਤਮਾ ਵਾਹਿਗੁਰੂ ਆਪ ਹੀ ਸਾਰਾ ਕੁਝ ਜਾਣਦਾ ਹੈ, ਭਾਵ ਕਿ ਜੀਵਾਂ ਦੀ ਸੰਭਾਲ ਕਰਨ ਵਾਲਾ ਉਹ ਕਰਤਾ ਹੀ ਹੈ ਜਿਸ ਨੇ ਇਹ ਜਗਤ ਬਣਾਇਆ ਹੈ। ਆਪੇ ਸ੍ਰਿਸ਼ਟ ਉਪਾਈਆਂ, ਆਪੇ ਫੁਨ ਗੋਈ। ਉਸ ਕਰਤੇ ਨੇ ਸ੍ਰਿਸ਼ਟੀ ਆਪ ਹੀ ਬਣਾਈ ਹੈ ਤੇ ਫੁਨ ਗੋਈ ਦਾ ਮਤਲਬ ਹੈ ਨਾਸ਼ ਕਰਨਾ, ਖਤਮ ਕਰਨਾ। ਸ੍ਰਿਸ਼ਟੀ ਬਣਾਉਣ ਵਾਲਾ ਵੀ ਉਹੀ ਹੈ, ਇਉਂ ਕਹਿ ਲਈਏ ਜੀਵਾਂ ਨੂੰ ਪੈਦਾ ਕਰਨ ਵਾਲਾ ਵੀ ਉਹੀ ਹੈ ਤੇ ਜੀਵਾਂ ਨੂੰ ਮਾਰਨ ਵਾਲਾ ਵੀ ਉਹੀ ਹੈ, ਰਿਜ਼ਕ ਦੇਣ ਵਾਲਾ ਵੀ ਉਹੀ ਹੈ, ਪਰਮਾਤਮਾ ਹੀ। ਸਾਹਿਬ ਕਹਿੰਦੇ ਜੁਗ ਚਾਰੇ ਸਭ ਭਵ ਥਕੀ, ਕਿਨ ਕੀਮਤ ਹੋਈ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਭਈ ਚਾਰੇ ਯੁੱਗਾਂ ਦੇ ਵਿੱਚ ਇਸ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਵਿਚਾਰ ਕਰਕੇ ਦੇਖ ਲਓ। ਭਾਵ ਇਹ ਬਣ ਗਿਆ ਕਿ ਜਦੋਂ ਤੋਂ ਜਗਤ ਸੰਸਾਰ ਬਣਿਆ ਉਦੋਂ ਤੋਂ ਲੈ ਕੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਕੀਮਤ ਨੂੰ ਕੋਈ ਨਹੀਂ ਪਾ ਸਕਿਆ। ਭਾਵ ਕਿ ਉਸ ਪਰਮਾਤਮਾ ਵਾਹਿਗੁਰੂ ਦਾ ਨਾ ਕੋਈ ਮੁੱਲ ਤਾਰ ਸਕਦਾ, ਨਾ ਉਹਦੀ ਕੋਈ ਕੀਮਤ ਪਾ ਸਕਦਾ ਹੈ, ਕਿਉਂਕਿ ਪਰਮਾਤਮਾ ਨਾ ਗਿਣਨ ਵਿੱਚ ਆਉਂਦਾ, ਨਾ ਮਿਣਨ ਵਿੱਚ ਆਉਂਦਾ, ਨਾ ਤੋਲਣ ਵਿੱਚ ਆਉਂਦਾ ਹੈ। ਤੋ ਜਿਹੜੀ ਚੀਜ਼ ਗਿਣਤੀ ਵਿੱਚ, ਮਿਣਤੀ ਵਿੱਚ, ਤੋਲਣ ਚ ਆਉਂਦੀ ਹੈ ਉਹਦੀ ਕੀਮਤ ਪੈਂਦੀ ਹੈ। ਪਰਮਾਤਮਾ ਨਾ ਗਿਣਤੀ 'ਚ ਹੈ, ਨਾ ਮਿਣਤੀ 'ਚ ਹੈ, ਨਾ ਤੋਲ ਵਿੱਚ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਉਸ ਦੀ ਕੋਈ ਵੀ ਕੀਮਤ ਨਹੀਂ ਪਾ ਸਕਦਾ।
ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ। ਜਦੋਂ ਉਸ ਸਤਿਗੁਰੂ ਨੇ ਇੱਕ ਪਰਮਾਤਮਾ ਵਿਖਾ ਦਿੱਤਾ, ਭਾਵ ਕਿ ਇੱਕ ਨਾਲ ਜੋੜ ਦਿੱਤਾ, ਸਤਿਗੁਰੂ ਦੇ ਰਾਹੀਂ ਜੀਵ ਇੱਕ ਪਰਮੇਸ਼ਰ ਦੇ ਨਾਲ ਜੁੜ ਗਿਆ, ਤੇ ਸਾਹਿਬ ਕਹਿੰਦੇ ਫਿਰ ਮਿਲਿਆ ਕਿ ਮਨ ਤਨ ਸੁਖ ਹੋਈ। ਜੀਵ ਤਨ ਮਨ ਕਰਕੇ ਸੁਖੀ ਹੋ ਗਿਆ, ਭਾਵ ਕਿ ਮਾਨਸਿਕ ਤੌਰ ਤੇ ਵੀ ਸੁਖੀ ਹੋ ਗਿਆ, ਸਰੀਰਕ ਤੌਰ ਤੇ ਵੀ ਸੁਖੀ ਹੋ ਗਿਆ। ਮਨ ਕਰਕੇ ਵੀ ਤੇ ਤਨ ਕਰਕੇ ਵੀ ਉਹ ਜੀਵ ਨੂੰ ਸੁਖ ਪ੍ਰਾਪਤ ਹੋ ਗਏ। ਤੋ ਸਾਹਿਬ ਕਿਰਪਾ ਕਰਦੇ ਅਖੀਰਲੀ ਪੰਕਤੀ ਵਿੱਚ, ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਦੇ ਨੇ, ਹੇ ਭਾਈ ਤੂੰ ਗੁਰੂ ਦੇ ਮਾਰਗ ਤੇ ਚੱਲ ਕੇ ਉਸ ਪ੍ਰਭੂ ਕਰਤੇ ਨੂੰ ਸਦਾ ਹੀ ਸਲਾਉਣਾ ਚਾਹੀਦਾ। ਸਲਾਉਣ ਤੋਂ ਭਾਵ ਹੈ ਉਹਦੀ ਵਡਿਆਈ, ਉਹਦਾ ਨਾਮ ਜਪਣਾ, ਪ੍ਰਭੂ ਦੀ ਕੀਰਤੀ ਸਦਾ ਹੀ ਕਰਦੇ ਰਹਿਣਾ ਚਾਹੀਦਾ ਹੈ। ਤੇ ਸਾਹਿਬ ਜੀ ਕਹਿੰਦੇ ਉਹ ਕਰਤਾ ਜਿਹੜਾ ਹੈ ਸਾਰਾ ਕੁਝ ਜੋ ਬਣਾਉਣ ਵਾਲਾ ਕਰਨ ਵਾਲਾ ਹੈ ਸ੍ਰਿਸ਼ਟੀ ਦੀ, ਜਿਸ ਨੇ ਸਾਜਨਾ ਕੀਤੀ ਹੈ ਤੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ, ਉਸ ਕਰਤੇ ਨੂੰ ਸਲਾਉਣਾ ਚਾਹੀਦਾ ਹੈ, ਭਾਵ ਉਹਦੀ ਵਡਿਆਈ ਕਰਨੀ ਚਾਹੀਦੀ ਹੈ। ਕਿਉਂਕਿ ਮਨੁੱਖਾ ਜੀਵਨ ਦਾ ਮਨੋਰਥ ਜਿਹੜਾ ਹੈ ਉਹ ਇਹੀ ਹੈ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮੇਰੇ ਸਾਧ ਸੰਗਤ ਭਜ ਕੇਵਲ ਨਾਮ। ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਕੀਰਤੀ ਕਰਨੀ ਚਾਹੀਦੀ, ਉਹਦੀ ਵਡਿਆਈ ਕਰਨੀ ਚਾਹੀਦੀ ਹੈ। ਮਨੁੱਖਾ ਜੀਵਨ ਦਾ ਇਹੀ ਜਿਹੜਾ ਮਨੋਰਥ ਹੈ, ਜਿਹਨੂੰ ਇਹ ਮਨੋਰਥ ਯਾਦ ਹੈ ਤੇ ਉਸ ਨੂੰ ਇਹ ਵੀ ਬਚਨ ਯਾਦ ਹੈ ਕਿ ਜਦੋਂ ਸੰਸਾਰ ਤੋਂ ਤੁਰ ਜਾਣਾ ਹੈ, ਸੰਸਾਰ ਤੇ ਰਹਿਣਾ ਨਹੀਂ, ਫਿਰ ਆਪਣੇ ਮਨੋਰਥ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਉਸ ਨੂੰ ਸਦਾ ਲਈ ਉਹ ਯਾਦ ਰੱਖਦਾ ਹੈ। ਸ਼ਬਦ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ, ਭੁੱਲ ਚੁੱਕ ਦੀ ਖਿਮਾ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।